किताब ਭਾਰਤੀ ਲੋਕ ਨੀਚ ਕਿਵੇਂ ਬਣੇ। ਲੇਖਕ ਗੁਰਨਾਮ ਸਿੰਘ ਮੁਕਤਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20ਵੀਂ ਸਦੀ ਦਾ ਮੰਨੂ ਮਹਾਤਮਾ ਗਾਂਧੀ। ਮਹਾਤਮਾ ਗਾਂਧੀ ਨੂੰ ਇੱਕ ਦਾਰਸ਼ਨਿਕ ਦੇ ਤੌਰ ਤੇ ਪ੍ਰਵਾਨ ਕੀਤਾ ਗਿਆ ਹੈ ਤੇ ਉਸ ਦੀਆਂ ਜਾਂ ਉਸ ਸੰਬੰਧੀ ਪੁਸਤਕਾਂ ਨਾਲ ਲਾਇਬ੍ਰੇਰੀਆਂ ਭਰੀਆਂ ਪਈਆਂ ਹਨ। ਵੱਡੇ ਵੱਡੇ ਕੋਰਸਾਂ ਵਿੱਚ ਉਸ ਦਾ ਮਤ ਪੜ੍ਹਾਇਆ ਜਾਂਦਾ ਹੈ। ਗਾਂਧੀ ਦਾ ਮਤ ਕੀ ਹੈ? ਬਤੌਰ ਸਨਾਤਨੀ ਹਿੰਦੂ ਉਹ ਜਾਤ ਪਾਤੀ ਪ੍ਰਬੰਧ ਬਾਰੇ ਕੀ ਵਿਚਾਰ ਪੇਸ਼ ਕਰਦਾ ਹੈ? ਮਨੁੱਖਤਾ ਦੇ ਦ੍ਰਿਸ਼ਟੀਕੋਣਾਂ ਤੋਂ ਉਸ ਦੀ ਡਿਗਰੀ ਮਹਾਤਮਾ ਕਿੰਨੀ ਸਹੀ ਜਾਂ ਗਲਤ ਹੈ, ਇਹ ਨਿਰਣਾ ਕਰਨ ਲਈ ਅਸੀਂ ਉਸ ਦੇ ਵਿਚਾਰ ਮੂਲ ਰੂਪ ਵਿੱਚ ਪੇਸ਼ ਕਰ ਰਹੇ ਹਾਂ, ਜੋ ਇਸ ਪ੍ਰਕਾਰ ਹਨ। ਮਹਾਤਮਾ ਗਾਂਧੀ। ਮੈਂ ਵਰਨ ਆਸ਼ਰਮ ਧਰਮ ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਗੀਤਾ ਦਾ ਭਗਤ ਹਾਂ। ਮੈਂ ਵੇਦ, ਉਪਨਿਸ਼ਦ, ਪੁਰਾਣਾਂ ਅਤੇ ਸਾਰੇ ਹਿੰਦੂ ਸ਼ਾਸਤਰਾਂ ਵਿੱਚ ਵਿਸ਼ਵਾਸ ਕਰਦਾ ਹਾਂ। ਇਸ ਲਈ ਮੇਰਾ ਪੁਨਰ ਜਨਮ ਅਤੇ ਅਵਤਾਰਾਂ ਵਿੱਚ ਵਿਸ਼ਵਾਸ ਹੈ। ਜੋ ਕੋਈ ਵੀ ਗਊ ਰੱਖਿਆ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਹਿੰਦੂ ਨਹੀਂ ਹੈ। ਮੈਂ ਅਜਿਹੇ ਸਾਰੇ ਲੋਕਾਂ ਦਾ ਵਿਰੋਧੀ ਹਾਂ ਜੋ ਜਾਤ ਪਾਤ ਨਸ਼ਟ ਕਰਨਾ ਚਾਹੁੰਦੇ ਹਨ। ਮੇਰਾ ਮਤ ਹੈ ਕਿ ਹਿੰਦੂ ਸਮਾਜ ਤਾਂ ਹੀ ਸਥਿਰ ਰਹਿ ਸਕਦਾ ਹੈ ਕਿਉਂਕਿ ਇਹ ਜਾਤ ਪਾਤ ਦੇ ਆਧਾਰਿਤ ਹੈ। ਜਿਨ੍ਹਾਂ ਲੋਕਾਂ ਨੇ ਜਾਤ ਪਾਤ ਦੀ ਦਰਜਾਬੰਦੀ ਬਣਾਈ ਉਹ ਸੱਚਮੁੱਚ ਹੀ ਸੰਗਠਨ ਬਣ ਸਕਣ ਦੀ ਅਦੁੱਤੀ ਸ਼ਕਤੀ ਦੇ ਮਾਲਕ ਹਨ। ਮੇਰਾ ਵਿਸ਼ਵਾਸ ਹੈ ਕਿ ਦੇਸ਼ ਦੀ ਏਕਤਾ ਨੂੰ ਵਧਾਉਣ ਲਈ ਅੰਤਰਜਾਤੀ ਸਾਂਝੇ ਭੋਜਨ ਅਤੇ ਵਿਆਹਾਂ ਦੀ ਜ਼ਰੂਰਤ ਨਹੀਂ ਹੈ। ਜਾਤੀ ਕਿਸੇ ਵੀ ਵਿਅਕਤੀ ਨੂੰ ਆਨੰਦ ਭੋਗ ਦੇ ਚੱਕਰ ਵਿੱਚ ਜਾਤੀ ਦੀਆਂ ਹੱਦਾਂ ਦਾ ਉਲੰਘਣ ਨਹੀਂ ਕਰਨ ਦਿੰਦੀ। ਮੈਂ ਜਦੋਂ ਕਿਸੇ ਬ੍ਰਾਹਮਣ ਨੂੰ ਸਾਰੀ ਉਮਰ ਬ੍ਰਾਹਮਣ ਨਹੀਂ ਕਹਿ ਸਕਦਾ ਤਾਂ ਮੇਰੇ ਲਈ ਬ੍ਰਾਹਮਣ ਦਾ ਕੋਈ ਮਹੱਤਵ ਨਹੀਂ। ਜਦੋਂ ਧਰਮ ਅਨੁਸਾਰ ਜਾਤੀ ਨਿਸ਼ਚਿਤ ਕੀਤੀ ਜਾਵੇ ਤਾਂ ਫਿਰ ਅਜਿਹੀ ਅਵਸਥਾ ਪੈਦਾ ਹੋ ਜਾਵੇਗੀ ਕਿ ਹਰ ਰੋਜ਼ ਬ੍ਰਾਹਮਣ ਸ਼ੂਦਰ ਬਣਨਗੇ ਅਤੇ ਸ਼ੂਦਰ ਬ੍ਰਾਹਮਣ ਬਣਨਗੇ। ਮੇਰਾ ਮਤ ਹੈ ਕਿ ਵਰਨ ਵਿਵਸਥਾ ਜਨਮ ਆਧਾਰਿਤ ਹੈ। ਸ਼ੂਦਰ ਵਿਦਿਆ ਸਿੱਖ ਕੇ ਉਸ ਦੁਆਰਾ ਆਪਣੀ ਰੋਜ਼ੀ ਨਹੀਂ ਕਮਾ ਸਕੇਗਾ, ਪਰੰਤੂ ਉਹ ਪੜ੍ਹ ਲਿਖ ਕੇ ਵੀ ਸੇਵਾ ਦਾ ਕੰਮ ਹੀ ਕਰੇਗਾ। ਜਿੱਥੋਂ ਤੀਕ ਰੋਟੀ ਰੋਜ਼ੀ ਦਾ ਪ੍ਰਬੰਧ ਹੈ ਉਹ ਆਪਣੇ ਵਰਨ ਦੇ ਪੇਸ਼ੇ ਕਰਕੇ ਹੀ ਕਮਾਉਣੀ ਚਾਹੀਦੀ ਹੈ। ਵਰਨ ਵਿਵਸਥਾ ਦਾ ਕੰਮ ਹਰ ਤਰ੍ਹਾਂ ਦੇ ਮੁਕਾਬਲੇ, ਵਰਗ ਸੰਘਰਸ਼ ਅਤੇ ਵਰਗ ਯੁੱਧ ਨੂੰ ਰੋਕਣਾ ਹੈ। ਨੋਟ ਭਾਵ ਲੁੱਟੇ ਜਾਣ ਵਾਲਿਆਂ ਦਾ ਲੁਟੇਰਿਆਂ ਵਿਰੁੱਧ ਸੰਘਰਸ਼ ਰੋਕਣਾ ਹੀ ਵਰਨ ਵਿਵਸਥਾ ਦਾ ਕੰਮ ਹੈ। ਭਾਵ ਲੁੱਟਦੇ ਰਹਿਣ ਅਤੇ ਗਰੀਬ ਲੁਟੀਂਦੇ ਰਹਿਣ। ਇਸ ਵਿੱਚ ਗਾਂਧੀ ਦਾ ਅਟਲ ਭਰੋਸਾ ਹੈ। ਵਰਨ ਦਾ ਅਰਥ ਹੈ ਕਿ ਵਿਅਕਤੀ ਦਾ ਜਨਮ ਤੋਂ ਪਹਿਲਾਂ ਹੀ ਪੇਸ਼ਾ ਨਿਸ਼ਚਿਤ ਕਰ ਦੇਣਾ। ਉਸ ਦਾ ਪੇਸ਼ਾ ਉਹੀ ਹੋਵੇਗੀ ਜੋ ਉਸ ਦੇ ਬਾਪ ਦਾਦਾ ਕਰਦੇ ਆਏ ਹਨ। ਪਰੰਤੂ ਗਾਂਧੀ ਜੀ ਦੀ ਜਾਤ ਬਾਣੀਆ ਹੈ। ਬਾਣੀਏ ਦਾ ਕਿੱਤਾ ਹੈ ਵਪਾਰ ਕਰਨਾ। ਗਾਂਧੀ ਜੀ ਨੇ ਵਰਨ ਧਰਮ ਦੇ ਉਲਟ ਵਿਦਿਆ ਹਾਸਲ ਕੀਤੀ, 7 ਸਮੁੰਦਰ ਪਾਰ ਕੀਤੇ, ਵਰਜਿਤ ਮਾਸ ਖਾਧਾ, ਵਕਾਲਤ ਦਾ ਕਿੱਤਾ ਅਪਣਾਇਆ, ਨੇਤਾਗਿਰੀ ਕੀਤੀ, ਆਪਣੇ ਲੜਕੇ ਦੀ ਸ਼ਾਦੀ ਉੱਚੀ ਜਾਤ ਵਿੱਚ ਕੀਤੀ। ਕਿ ਵਰਨ ਧਰਮ ਨਿਭਾਉਣਾ ਉਹਨਾਂ ਲਈ ਜ਼ਰੂਰੀ ਨਹੀਂ। ਅਮੀਰ ਨੂੰ ਸੁਖੀ ਨਹੀਂ ਬਣਾ ਸਕਦੀ ਅਤੇ ਨਾ ਹੀ ਗਰੀਬੀ ਗਰੀਬ ਦੇ ਦੁੱਖਾਂ ਦਾ ਕਾਰਨ ਹੈ। ਕਰੋੜਾਂ ਲੋਕ ਤਾਂ ਗਰੀਬ ਹੀ ਰਹਿਣਗੇ। ਇਸ ਲਈ ਉਹਨਾਂ ਨੂੰ ਭੋਗ ਵਿਲਾਸ ਛੱਡ ਦੇਣੇ ਚਾਹੀਦੇ ਹਨ। ਜੋ ਸ਼ੂਦਰ ਉੱਚੀਆਂ ਜਾਤੀਆਂ ਦੀ ਸੇਵਾ ਆਪਣਾ ਧਰਮ ਮੰਨ ਕੇ ਕਰਦਾ ਹੈ, ਜੋ ਕਿਸੇ ਪ੍ਰਕਾਰ ਦੀ ਧਨ ਸੰਪਤੀ ਨੂੰ ਹੱਥ ਨਹੀਂ ਲਾਉਂਦਾ, ਜਿਸ ਦੇ ਮਨ ਵਿੱਚ ਧਨ ਦੌਲਤ ਪ੍ਰਾਪਤ ਕਰਨ ਦੀ ਇੱਛਾ ਤੱਕ ਨਹੀਂ ਹੈ, ਉਸ ਨੂੰ 1000 ਵਾਰ ਪ੍ਰਣਾਮ। ਉਸ ਉੱਤੇ ਦੇਵਤੇ ਵੀ ਫੁੱਲ ਵਰਸਾਉਣਗੇ। ਗੁਲਾਮੀ ਪ੍ਰਥਾ ਦਾ ਹਾਮੀ। ਜਦੋਂ ਕਦੋਂ ਵੀ
ਮੇਰਾ ਪੁਨਰ ਜਨਮ ਹੋਵੇ, ਮੈਂ ਕਿਸੇ ਅਛੂਤ ਦੇ ਘਰ ਜਨਮ ਲੈਣਾ ਚਾਹਾਂਗਾ, ਤਾਂ ਕਿ ਮੈਂ ਉਹਨਾਂ ਦੇ ਦੁੱਖਾਂ, ਕਸ਼ਟਾਂ ਅਤੇ ਹੋਰ ਤਰ੍ਹਾਂ ਦੇ ਅਪਮਾਨਾਂ ਦਾ ਭਾਈਵਾਲ ਬਣ ਸਕਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਮੇਰਾ ਜਨਮ ਕਿਸੇ ਅਤੀ ਸ਼ੂਦਰ ਦੇ ਘਰ ਹੋਵੇ। ਗੰਦਗੀ ਉਠਾਉਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਤੁਹਾਨੂੰ ਭੰਗੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਹਿੰਦੂ ਸਮਾਜ ਨੂੰ ਸਾਫ਼ ਕਰਦੇ ਹੋ, ਉਸ ਦੀ ਗੰਦਗੀ ਦੂਰ ਕਰ ਰਹੇ ਹੋ। ਭੰਗੀਆਂ ਨੂੰ ਉਪਦੇਸ਼ ਹੈ, ਪਖਾਨਾ ਉਠਾਈ ਜਾਓ। ਇਹ ਹੀ ਤੁਹਾਡਾ ਪੁੰਨ ਵਰਗਾ ਪਵਿੱਤਰ ਕੰਮ ਹੈ। ਧਰਮ ਮੈਨੂੰ ਰਾਜਨੀਤੀ ਵੱਲ ਲੈ ਜਾਂਦਾ ਹੈ। ਮੇਰੇ ਲਈ ਧਰਮਹੀਣ ਰਾਜਨੀਤੀ ਕੋਈ ਚੀਜ਼ ਨਹੀਂ। ਧਰਮ ਤੋਂ ਬਿਨਾਂ ਰਾਜਨੀਤੀ ਧੋਖੇ ਦਾ ਜਾਲ ਹੈ। ਜੋ ਲੋਕ ਕਹਿੰਦੇ ਹਨ ਕਿ ਧਰਮ ਅਤੇ ਰਾਜਨੀਤੀ ਦਾ ਕੋਈ ਸਬੰਧ ਨਹੀਂ, ਉਹ ਧਰਮ ਦੇ ਅਰਥ ਨਹੀਂ ਜਾਣਦੇ। ਸੰਸਾਰ ਭਰ ਦੇ ਧਰਮਾਂ ਦਾ ਅਧਿਐਨ ਸਪਸ਼ਟ ਕਰਦਾ ਹੈ ਕਿ ਹਰ ਧਰਮ ਨੇ ਅਖੀਰ ਰਾਜਨੀਤੀ ਪੈਂਤੜਾ ਅਖਤਿਆਰ ਕੀਤਾ, ਕਿਸੇ ਵੱਖਰੇ ਰਾਜ ਦੀ ਸਥਾਪਨਾ ਕੀਤੀ। ਧਰਮ ਨੇ ਉਸ ਰਾਜ ਦੀ ਅਗਵਾਈ ਕੀਤੀ। ਬ੍ਰਾਹਮਣ ਹਿੰਦੂ ਧਰਮ ਦਾ ਮਾਨਵਤਾ ਦਾ ਸਭ ਤੋਂ ਚੰਗਾ ਫੁੱਲ ਹੈ। ਮੈਂ ਅਜਿਹੇ ਕੁਝ ਨਹੀਂ ਕਰਾਂਗਾ ਜਿਸ ਨਾਲ ਇਹ ਮੁਰਝਾ ਜਾਵੇ। ਮੇਰਾ ਮੂਰਤੀ ਪੂਜਾ ਵਿੱਚ ਕੋਈ ਗੈਰ ਵਿਸ਼ਵਾਸ ਨਹੀਂ ਹੈ। ਮੈਂ ਹਿੰਦੂ, ਮੁਸਲਿਮ ਅਤੇ ਸਿੱਖਾਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਵਿਸ਼ੇਸ਼ ਅਧਿਕਾਰ ਦੇਣ ਦਾ ਸਖਤ ਵਿਰੋਧ ਕਰਾਂਗਾ। ਇਹ ਵਿਰੋਧ ਅਛੂਤਾਂ ਦੇ ਅਧਿਕਾਰਾਂ ਪ੍ਰਤੀ ਸੀ। ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੋਵੇਗਾ ਜੇ ਅਛੂਤ ਈਸਾਈ ਜਾਂ ਮੁਸਲਮਾਨ ਹੋ ਜਾਣ। ਡਾਕਟਰ ਅੰਬੇਡਕਰ ਹਿੰਦੂ ਧਰਮ ਲਈ ਇੱਕ ਚੁਣੌਤੀ ਹਨ। ਜਾਤ ਦਾ ਧਰਮ ਨਾਲ ਕੋਈ ਸਬੰਧ ਨਹੀਂ। ਇਹ ਇੱਕ ਅਜਿਹਾ ਰਿਵਾਜ ਹੈ ਜਿਸ ਦਾ ਆਰੰਭ ਮੈਨੂੰ ਪਤਾ ਨਹੀਂ। ਜਾਤ ਵੈਦਿਕ ਆਰੀਆ ਧਰਮ ਦੀ ਪੈਦਾਵਾਰ ਹੈ। ਵਰਨ ਅਤੇ ਆਸ਼ਰਮ ਸੰਸਥਾਵਾਂ ਹਨ ਜਿਨ੍ਹਾਂ ਦਾ ਜਾਤ ਪਾਤ ਨਾਲ ਕੋਈ ਸਬੰਧ ਨਹੀਂ। ਜਾਤ ਪਾਤ ਦਾ ਮੂਲ ਸਰੋਤ ਹੀ ਵਰਨ ਵੰਡ ਹੈ। ਇਹ ਦਸਤੂਰ ਵਰਨ ਪ੍ਰਬੰਧ ਸਾਡੇ ਅਧਿਕਾਰ ਨਹੀਂ, ਫਰਜ਼ ਨਿਯਤ ਕਰਦਾ ਹੈ। ਵਰਨ ਦੇ ਕਾਨੂੰਨ ਵਿੱਚ ਅਜਿਹਾ ਕੁਝ ਨਹੀਂ ਜੋ ਛੂਤ ਛਾਤ ਵਿੱਚ ਵਿਸ਼ਵਾਸ ਨੂੰ ਉਚਿਤ ਨਿਯਤ ਕਰੇ। 1921-22-23 ਵਿੱਚ ਗਾਂਧੀ ਕਾਂਗਰਸ ਨੇ ਅਛੂਤਾਂ ਦੇ ਕਲਿਆਣ ਲਈ 1,30,19,415 ਰੁਪਏ 15 ਆਨੇ 7 ਪਾਈ ਰਕਮ ਤਿਲਕ ਸਵਰਾਜ ਫੰਡ ਦੇ ਨਾਮ ਤੇ ਇਕੱਠੀ ਕੀਤੀ, ਪਰ ਅਸਲ ਵਿੱਚ ਅਛੂਤਾਂ ਤੇ ਸਿਰਫ 43,381 ਰੁਪਏ ਹੀ ਖਰਚ ਕੀਤੇ। ਮਾਰਚ 1926 ਵਿੱਚ ਅਛੂਤ ਨੇ ਮਦਰਾਸ ਦੇ ਇੱਕ ਮੰਦਰ ਵਿੱਚ ਪ੍ਰਵੇਸ਼ ਕਰ ਲਿਆ ਤਾਂ ਉਸ ਨੂੰ ਮੰਦਰ ਅਪਵਿੱਤਰ ਕਰਨ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ ਕਿ ਛੂਆ-ਛਾਤ ਮੰਦਰ ਦੇ ਧਰਮ ਨਾਲੋਂ ਵੱਖ ਹੈ। 1926 ਚ ਸ਼ਿਵਾਜੀ ਦੇ ਰਾਜਤ ਕਿਲੇ ਵਿੱਚ ਸੌਂ ਰਹੇ ਡਾਕਟਰ ਅੰਬੇਡਕਰ ਨੂੰ ਕਤਲ ਕਰਨ ਦੀ ਸਾਜ਼ਿਸ਼ ਹਿੰਦੂਆਂ ਨੇ ਬਣਾਈ, ਜੋ ਅਛੂਤਾਂ ਦੇ ਸੁਚੇਤ ਰਹਿਣ ਕਾਰਨ ਅਸਫਲ ਹੋ ਗਈ। ਬ੍ਰਾਹਮਣਾਂ ਦੇ ਹੁਕਮ ਅਨੁਸਾਰ ਸ਼ੂਦਰਾਂ ਵੱਲੋਂ ਜੋ ਕੁਆਰੀਆਂ ਲੜਕੀਆਂ ਦੇਵਦਾਸੀਆਂ ਬਣਾ ਕੇ ਮੰਦਰਾਂ ਵਿੱਚ ਦੇਵਤਿਆਂ ਦੇ ਨਾਂ ਭੇਟ ਕੀਤੀਆਂ ਜਾਂਦੀਆਂ ਸਨ, ਤਾਂ ਪੁਜਾਰੀਆਂ ਪੰਡਤਾਂ ਨਾਲ ਜਿਹੜੇ ਨਜਾਇਜ਼ ਬੱਚੇ ਉਹਨਾਂ ਦੇਵਦਾਸੀਆਂ ਦੇ ਪੇਟੋਂ ਪੈਦਾ ਹੁੰਦੇ ਸਨ, ਉਹਨਾਂ ਨੂੰ ਪਹਿਲੀ ਵਾਰ ਨਰਸੀ ਦਾਸ ਭਗਤ ਬ੍ਰਾਹਮਣ ਨੇ ਹਰੀਜਨ ਕਿਹਾ, ਭਾਵ ਰੱਬ ਦੇ ਪੁੱਤਰ ਜਿਨ੍ਹਾਂ ਦੇ ਬਾਪ ਦਾ ਪਤਾ ਨਹੀਂ। ਹਰੀਜਨ ਗੁਜਰਾਤੀ ਸ਼ਬਦ ਹੈ ਜਿਸ ਦਾ ਅਰਥ ਹੈ ਹਰਾਮੀ। ਦੇਵਦਾਸੀ ਪ੍ਰਥਾ ਅੱਜ ਵੀ ਜਾਰੀ ਹੈ। ਭਾਰਤ ਅੰਦਰ ਲਗਭਗ 25 ਲੱਖ ਕੜੀਆਂ ਵੇਸ਼ਵਾਵਾਂ ਦਾ ਜੀਵਨ ਬਤੀਤ ਕਰ ਰਹੀਆਂ ਦਸੀਆਂ ਗਣੀਆਂ ਹਨ। ਇਨ੍ਹਾਂ ਵਿੱਚੋਂ ਬਹੁ ਗਿਣਤੀ ਦੇਵਦਾਸੀਆਂ ਦੀ ਹੈ, ਪਰੰਤੂ ਮਹਾਤਮਾ ਗਾਂਧੀ ਵੱਲੋਂ 1932 ਈਸਵੀ ਵਿੱਚ ਭਾਰਤ ਦੇ ਕਰੋੜਾਂ ਅਛੂਤਾਂ ਨੂੰ ਇਸ ਹਰੀਜਨ ਸ਼ਬਦ ਦਾ ਸਿਰੋਪਾ ਭੇਟ ਕਰਨ ਕਰਕੇ ਅੱਜ ਦੇ 20 ਕਰੋੜ ਅਛੂਤਾਂ ਨੂੰ ਬੇਇੱਜ਼ਤੀ ਭਰਿਆ ਜੀਵਨ ਜਿਉਣਾ ਪੈ ਰਿਹਾ ਹੈ। ਭੋਜਨ ਖਾਣਾ ਨਾ ਓਨਾ ਹੀ ਗੰਦਾ ਕੰਮ ਹੈ ਜਿੰਨਾ ਕਿ
ਟੱਟੀ ਪਿਸ਼ਾਬ ਕਰਨਾ। ਜਾਤ ਪਾਤ ਸਮਾਜ ਦੀ ਕੁਦਰਤੀ ਬਣਤਰ ਹੈ। ਵਰਨ ਦਾ ਅਰਥ ਹੈ ਜਨਮ ਲੈਣ ਤੋਂ ਪਹਿਲਾਂ ਹੀ ਵਿਅਕਤੀ ਦਾ ਕੰਮ ਨਿਸ਼ਚਿਤ ਕਰ ਦੇਣਾ। ਵਰਨ ਅਵਸਥਾ ਵਿੱਚ ਅਜਿਹਾ ਕੁਝ ਨਹੀਂ ਜੋ ਸ਼ੂਦਰ ਨੂੰ ਪੜ੍ਹਨ ਜਾਂ ਸ਼ਾਸਤਰ ਵਿਦਿਆ ਸਿੱਖਣ ਤੋਂ ਰੋਕਦਾ ਹੋਵੇ। ਸ਼ਾਸਤਰਾਂ ਦੋ ਸਿਧਾਂਤ ਪਹਿਲਾਂ ਦਿੱਤੇ ਹਨ। ਮੇਰਾ ਵਿਚਾਰ ਹੈ ਕਿ ਜੇਕਰ ਭਾਰਤ ਆਧੁਨਿਕ ਸਭਿਅਤਾ ਨੂੰ ਤਿਆਗ ਦੇਵੇ ਤਾਂ ਇਸ ਨਾਲ ਦੇਸ਼ ਦਾ ਭਲਾ ਹੀ ਹੋਵੇਗਾ। ਜੇਕਰ ਮਜ਼ਦੂਰ ਆਪਣੇ ਪਸ਼ੂ ਬਲ ਦਾ ਸਹਾਰਾ ਲੈਂਦੇ ਹਨ, ਜੇਕਰ ਉਹ ਅਹਿੰਸਾ ਦੇ ਉਤਾਰੂ ਹੁੰਦੇ ਹਨ, ਤਾਂ ਸਮਝੋ ਉਹ ਆਤਮ ਹੱਤਿਆ ਕਰਦੇ ਹਨ। ਜੇਕਰ ਉਹ ਅਜਿਹਾ ਕਰਨਗੇ ਅਰਥਾਤ ਹਿੰਸਾ ਦੀ ਨੀਤੀ ਅਪਣਾਉਣਗੇ ਤਾਂ ਉਦਯੋਗ ਦਾ ਨੁਕਸਾਨ ਹੋਵੇਗਾ। ਪੂੰਜੀਪਤੀਆਂ ਦੇ ਹੱਕਾਂ ਦੀ ਰਾਖੀ। ਗੰਦਾ ਚੁੱਕਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੇਰੇ ਆਸ਼ਰਮ ਵਿੱਚ ਇੱਕ 18 ਸਾਲਾ ਬ੍ਰਾਹਮਣ ਨੌਜਵਾਨ ਆਸ਼ਰਮ ਦੇ ਭੰਗੀ ਨੂੰ ਸਫਾਈ ਕਰਨਾ ਸਿਖਾ ਰਿਹਾ ਹੈ। ਮੇਰੇ ਗੁਣ ਉਦੋਂ ਤੀਕ ਅਪੂਰਨ ਹਨ ਜਦੋਂ ਤੀਕ ਮੈਂ ਇੱਕ ਸਫਲ ਭੰਗੀ ਨਹੀਂ ਬਣ ਜਾਂਦਾ। ਯੰਗ ਇੰਡੀਆ 26 ਸਤੰਬਰ 1932। ਮੈਂ ਅਜਿਹੇ ਸਾਰੇ ਹੀ ਲੋਕਾਂ ਦਾ ਵਿਰੋਧੀ ਹਾਂ ਜੋ ਜਾਤ ਪਾਤ ਦਾ ਵਿਨਾਸ਼ ਕਰਨਾ ਚਾਹੁੰਦੇ। ਮੈਂ 4 ਵਰਨਾਂ ਵਿੱਚ ਵਿਸ਼ਵਾਸ ਰੱਖਦੇ ਹੋਏ ਕੇਵਲ ਛੂਆ-ਛਾਤ ਮਿਟਾਉਣਾ ਚਾਹੁੰਦਾ ਹਾਂ, ਪਰੰਤੂ ਮੈਂ ਅਛੂਤਾਂ ਦੇ ਰਾਜਨੀਤਿਕ ਅਧਿਕਾਰਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ। ਅਛੂਤਾਂ ਵਿਰੁੱਧ। ਗਾਂਧੀ ਦਾ ਇੱਕ ਸਾਥੀ ਆਰੀਆ ਦਾ ਨੈਤਿਕ ਪੋਲ ਪ੍ਰਕਾਸ਼ ਬਤਾਲੀ ਗਾਂਧੀ ਦੀ ਬੱਕਰੀ ਅੰਗੂਰ ਅਤੇ ਸੇਬਾਂ ਨਾਲ ਸੋਨੇ ਅਤੇ ਚਾਂਦੀ ਦੇ ਵਰਕੇ ਖਾਂਦੀ ਸੀ, ਜਿਸ ਦਾ ਪ੍ਰਤੀ ਦਿਨ ਖਰਚਾ 70 ਰੁਪਏ ਸੀ। ਹਿੰਦੂਇਜ਼ਮ ਧਰਮ ਜਾਂ ਕਲੰਕ। ਲਾਹੌਰੀ ਰਾਮਬਾਲੀ ਸਫਾ 169 ਪੁਸਤਕ ਗਾਂਧੀ ਮੁਸਲਿਮ ਛੜਯੰਤਰ ਵਿੱਚ ਲਿਖਿਆ ਹੈ ਕਿ ਗਾਂਧੀ ਜੀ ਨੇ ਅਫਗਾਨਿਸਤਾਨ ਦੇ ਬਾਦਸ਼ਾਹ ਅਮਲ ਉੱਲਾ ਨੂੰ ਅਲੀ ਭਰਾਵਾਂ ਦੁਆਰਾ ਇਹ ਪੱਤਰ ਲਿਖਵਾਇਆ ਕਿ ਭਾਰਤ ਤੇ ਹਮਲਾ ਕਰ ਦੇਣ ਅਤੇ ਇਸ ਦੇਸ਼ ਤੇ ਸ਼ਾਸਨ ਕਰਨ ਲਈ ਉਸ ਦੀ ਸਹਾਇਤਾ ਕੀਤੀ ਜਾਵੇ। ਸ਼੍ਰੀ ਪਿਆਰੇ ਲਾਲ ਲਾਸਟ ਫੇਜ਼ ਭਾਗ ਪਹਿਲਾ ਸਫਾ 578। ਗਾਂਧੀ ਜੀ ਮਾਲਿਸ਼ ਕਰਾਉਂਦੇ ਸਮੇਂ ਬਿਲਕੁਲ ਨੰਗੇ ਹੋ ਜਾਂਦੇ ਸੀ ਅਤੇ ਅਕਸਰ ਨੌਜਵਾਨ ਲੜਕੀਆਂ ਹੀ ਉਹਨਾਂ ਦੀ ਮਾਲਿਸ਼ ਕਰਦੀਆਂ ਸਨ। ਗਾਂਧੀ ਜੀ ਇਸ਼ਨਾਨ ਕਰਦੇ ਸਮੇਂ ਜਦੋਂ ਕਿ ਪੂਰਨ ਨਗਨ ਹੁੰਦੇ ਪੁਰਸ਼ਾਂ ਅਤੇ ਇਸਤਰੀਆਂ ਦੋਹਾਂ ਦੀ ਸਹਾਇਤਾ ਲਿਆ ਕਰਦੇ ਸੀ। ਗਾਂਧੀ ਜੀ ਦੀ ਇਹ ਇੱਛਾ ਹੁੰਦੀ ਸੀ ਕਿ ਉਹ ਸਰੀਰਕ ਅਤੇ ਅਧਿਆਤਮਿਕ ਤੌਰ ਤੇ ਬਿਲਕੁਲ ਨੰਗੇ ਹੋ ਜਾਣ। ਰਾਤ ਸੁਹਾਨੀ ਪੁਸਤਕ ਮਿਸਟਰ ਗਾਂਧੀ ਸਫਾ 173। ਬਹੁਤ ਸਾਰੀਆਂ ਅਪਰਸੰਨ ਇਸਤਰੀਆਂ ਅਤੇ ਹੋਰ ਜੋ ਪਾਗਲਪਣ ਦੀਆਂ ਸਮੱਸਿਆਵਾਂ ਨਾਲ ਘਿਰੀਆਂ ਹੁੰਦੀਆਂ ਸਨ, ਉਸ ਦੇ ਇਰਦ ਗਿਰਦ ਇਸ ਤਰ੍ਹਾਂ ਜਮ੍ਹਾਂ ਹੋ ਜਾਂਦੀਆਂ ਸਨ ਜਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਫਲ ਦੇ ਇਰਦ ਗਿਰਦ। ਪ੍ਰੋਫੈਸਰ S.C. ਬੋਸ ਮਾਈ ਡੇਜ਼ ਵਿਦ ਗਾਂਧੀ ਸਫਾ 174। ਉਹ ਇਸਤਰੀਆਂ ਨੂੰ ਆਪਣੇ ਨਾਲ ਸੌਣ ਅਤੇ ਉਸ ਦੀ ਚਾਦਰ ਵਿੱਚ ਉਸ ਦੇ ਨਾਲ ਲੇਟਣ ਲਈ ਕਹਿੰਦੇ ਸਨ। ਉਹ ਇਹ ਜਾਣਨ ਦਾ ਯਤਨ ਕਰਦੇ ਸਨ ਕਿ ਉਸ ਦੇ ਨਾਲ ਸੌਣ ਵਾਲੀ ਇਸਤਰੀ ਜਾਂ ਲੜਕੀ ਅੰਦਰ ਕਾਮੁਕਤਾ ਦੀ ਭਾਵਨਾ ਤਾਂ ਪੈਦਾ ਨਹੀਂ ਹੋਈ। ਸਫਾ 115 197 115 119। ਗਾਂਧੀ ਜੀ ਦੇ ਨੰਗੇ ਸਰੀਰ ਤੇ ਮਾਲਿਸ਼ ਕਰਨ ਵਾਲੀਆਂ ਵਿੱਚ ਡਾਕਟਰ ਸੁਸ਼ੀਲਾ ਨਾਇਰ ਤੇ ਮਨੂ ਬੇਨ ਵੀ ਸੀ। ਮਨੂ ਗਾਂਧੀ ਜੀ ਨਾਲ ਸੌਂਦੀ ਸੀ। ਮਹਾਤਮਾ ਗਾਂਧੀ ਤੇ ਉਸ ਦੇ ਭਗਤ ਸਫਾ 196। ਗਾਂਧੀ ਪਹਿਲਾਂ ਤਾਂ ਚੁੱਪਚਾਪ ਲੜਕੀਆਂ ਨੂੰ ਨੰਗਿਆ ਕਰਕੇ ਆਪਣੇ ਨਾਲ ਸੁਲਾਉਂਦੇ ਰਹੇ, ਪਰੰਤੂ ਜਦੋਂ ਨਵਾਖਲੀ ਦੇ ਦੌਰ ਸਮੇਂ ਉਹਨਾਂ ਦੇ ਨਿੱਜੀ ਸਕੱਤਰ ਨਿਰਮਲ ਕੁਮਾਰ ਬੋਸ ਨੇ ਉਹਨਾਂ ਦੀ ਸ਼ੈਤਾਨੀਅਤ ਦਾ ਭਾਂਡਾ ਭੰਨਿਆ ਅਤੇ ਉਹਨਾਂ ਦੇ ਇਸ ਕੁਕਰਮ ਦੀ ਨਿੰਦਿਆ ਕੀਤੀ ਤੇ ਰੋਸ ਵਜੋਂ ਨਿੱਜੀ ਸਕੱਤਰ ਦੀ ਪਦਵੀ ਛੱਡ ਦਿੱਤੀ, ਤਾਂ ਇਸ ਬਦਚਲਣੀ ਨੂੰ ਬ੍ਰਹਮਚਾਰੀ ਪ੍ਰਯੋਗ ਦਾ ਨਾਂ ਦਿੱਤਾ ਗਿਆ। ਰੇਹਾਨਾ ਤੈਬਾਜ਼ੀ ਰੋਗੀ ਦੀ ਪਤਨੀ ਮਰ ਚੁੱਕੀ ਸੀ।
ਮੈਂ ਲਗਾਤਾਰ ਉਸ ਨਾਲ ਇੱਕ ਹਫ਼ਤਾ ਨੰਗੀ ਹੋ ਕੇ ਸੁੱਤੀ। ਇਸ ਦੇ ਬਹੁਤ ਹੀ ਹੈਰਾਨੀਜਨਕ ਨਤੀਜੇ ਨਿਕਲੇ। ਉਹ ਬਿਲਕੁਲ ਸਿਹਤਮੰਦ ਹੋ ਗਿਆ। ਬਾਅਦ ਵਿੱਚ ਗਾਂਧੀ ਜੀ ਵੀ ਔਰਤਾਂ ਨਾਲ ਪ੍ਰਯੋਗ ਕਰਦੇ ਰਹੇ। ਉਹਨਾਂ ਨੂੰ ਵੀ ਅਦਭੁਤ ਨਤੀਜੇ ਦੇਖਣ ਨੂੰ ਮਿਲੇ। ਡਾਕਟਰ ਸੁਸ਼ੀਲਾ ਨਾਇਰ। ਬਾਅਦ ਵਿੱਚ ਜਦੋਂ ਲੋਕਾਂ ਨੇ ਲੜਕੀਆਂ ਜਿਵੇਂ ਕੁਮਾਰੀ ਮੰਨੂ ਨਾਲ, ਕੁਮਾਰੀ ਆਬਾ ਅਤੇ ਮੇਰੇ ਨਾਲ ਸਰੀਰਕ ਛੋਹ ਸੰਬੰਧੀ ਤਰ੍ਹਾਂ ਦੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਬ੍ਰਹਮਚਾਰੀ ਪ੍ਰਯੋਗ ਵਿਚਾਰ ਦੀ ਸਿਰਜਣਾ ਹੋਈ। ਕੁਮਾਰੀ ਮੰਨੂ। ਇੱਕ ਦਿਨ ਅੱਧੀ ਰਾਤ ਨੂੰ ਗਾਂਧੀ ਜੀ ਨੇ ਮੈਨੂੰ ਜਗਾ ਲਿਆ ਅਤੇ ਗੱਲਾਂ ਕਰਨ ਲੱਗੇ। ਤਦ ਤੋਂ ਮੈਨੂੰ ਉਹਨਾਂ ਦੇ ਨਾਲ ਸੌਣ ਲੱਗ ਪਈ। ਮੇਰੀ ਉਮਰ ਉਸ ਵੇਲੇ 19 ਵਰ੍ਹਿਆਂ ਦੀ ਸੀ ਅਤੇ ਉਹਨਾਂ ਨਾਲ ਹਮ ਬਿਸਤਰੀ ਮੈਂ ਨਵਾਖਲੀ ਦੇ ਦੌਰੇ ਸਮੇਂ ਸ਼ੁਰੂ ਕੀਤੀ। ਆਬਾ। 2 ਵਰ੍ਹਿਆਂ ਪਿੱਛੋਂ ਨਵਾਖਲੀ ਵਿਖੇ ਮੈਂ ਉਹਨਾਂ ਲਾਗੇ ਲਗਾਤਾਰ ਸੌਣ ਲੱਗ ਪਈ। ਗਾਂਧੀ ਜੀ ਨੇ ਮੈਨੂੰ ਇਹ ਕਿਹਾ, ਕੱਪੜੇ ਲਾ ਦੇ। ਮੀਰਾ ਬੇਨ। ਗਾਂਧੀ ਦੇ ਖੱਤ ਦਾ ਭਾਗ। ਤੂੰ ਸਾਰਾ ਸਮੇਂ ਮੇਰੇ ਉੱਤੇ ਪਿਆਰ ਦੀ ਵਰਖਾ ਕਰਦੀ ਰਹੀ ਹੈ। ਮੈਂ ਖੁਦ ਨੂੰ ਗਬਨ ਦਾ ਦੋਸ਼ੀ ਮਹਿਸੂਸ ਕਰਦਾ ਰਿਹਾ ਅਤੇ ਨਿੱਕੇ ਜਿਹੇ ਬਹਾਨੇ ਉੱਤੇ ਭੜਕ ਉੱਠਦਾ ਸੀ। ਹੁਣ ਜਦੋਂ ਕਿ ਤੂੰ ਮੇਰੇ ਕੋਲ ਨਹੀਂ ਹੈ, ਮੇਰੇ ਅਵਗੁਣ ਮੇਰੇ ਤੇ ਸਵਾਰ ਹਨ। ਮੈਂ ਤੈਨੂੰ ਇਸ ਤਰ੍ਹਾਂ ਕਿਉਂ ਫਿਟਕਾਰਦਾ ਰਿਹਾ, ਪਰ ਮੈਂ ਜਿੰਨੀ ਦੇਰ ਤੱਕ ਤੇਰੀਆਂ ਸੇਵਾਵਾਂ ਪ੍ਰਾਪਤ ਕਰਦਾ ਰਿਹਾ, ਮੈਂ ਭਖਦੀ ਸੁਆਹ ਉੱਤੇ ਲਿਟਦਾ ਰਿਹਾ। ਸਰੋਜਨੀ ਨਾਇਡੂ। ਰਜਨੀ ਮਾਗਨੀ। ਪੁਸਤਕ ਮਿਸਟਰ ਗਾਂਧੀ। ਸਫਾ 186। ਗਾਂਧੀ ਜੀ ਨੇ ਜਿਵੇਂ ਕਈਆਂ ਹੋਰਨਾਂ ਦੀ ਤ੍ਰਿਪਤੀ ਕੀਤੀ, ਤਿਵੇਂ ਹੀ ਨਾਇਡੂ ਨੂੰ ਵੀ ਕੋਮਲਤਾ ਪ੍ਰਦਾਨ ਕੀਤੀ ਅਤੇ ਉਸ ਦੀ ਕਾਮ ਪੂਰਤੀ ਕੀਤੀ। ਕੁਝ ਹੋਰ ਔਰਤਾਂ ਸਨ, ਰਾਜਕੁਮਾਰੀ, ਅੰਮ੍ਰਿਤ ਕੌਰ, ਸਲੋਚਨਾ, ਪ੍ਰਭਾ ਦੇਵੀ ਆਦਿ। ਮੈਂ ਸਨਾਤਨੀ ਹਿੰਦੂ ਹਾਂ। ਕਿਉਂ? ਮੈਂ ਵੇਦ, ਉਪਨਿਸ਼ਦ, ਪੁਰਾਣ ਅਤੇ ਸਾਰੇ ਹਿੰਦੂ ਸ਼ਾਸਤਰਾਂ ਵਿੱਚ ਵਿਸ਼ਵਾਸ ਕਰਦਾ ਹਾਂ। ਇਸ ਲਈ ਪੁਨਰ ਜਨਮ ਅਤੇ ਅਵਤਾਰਾਂ 'ਚ ਮੇਰਾ ਵਿਸ਼ਵਾਸ ਹੈ। ਮੈਂ ਈਸ਼ਵਰ ਅਤੇ ਉਹਨਾਂ ਤਮਾਮ ਗੱਲਾਂ ਵਿੱਚ ਵਿਸ਼ਵਾਸ ਕਰਦਾ ਹਾਂ ਜਿੱਥੇ ਤਰਕ ਦਾ ਕੋਈ ਸਥਾਨ ਨਹੀਂ ਹੈ। ਮੇਰਾ ਵਿਸ਼ਵਾਸ ਅਟਲ ਹੈ। ਮੈਂ ਗੀਤਾ ਭਗਤ ਹਾਂ। ਇਸ ਲਈ ਕਰਮ ਸਿਧਾਂਤ ਵਿੱਚ ਪੂਰਨ ਯਕੀਨ ਰੱਖਦਾ ਹਾਂ। ਪਵਿੱਤਰ ਯਗੋਪਵੀਤ ਜਨੇਊ ਨਵੇਂ ਜਨਮ ਦਾ ਚਿੰਨ੍ਹ ਹੈ। ਇਹ ਪੁਨਰ ਜਨਮ ਦੀ ਨਿਸ਼ਾਨੀ ਹੈ। ਕਦੇ ਮੈਂ ਸ਼ਿਵਲਿੰਗ ਨੂੰ ਦੇਖਦਾ ਹਾਂ ਤਾਂ ਇਸ ਦਾ ਅਕਸ, ਆਕਾਰ ਜਾਂ ਸੰਗਮ ਮੈਨੂੰ ਅਸ਼ਲੀਲ ਪ੍ਰਤੀਤ ਨਹੀਂ ਹੁੰਦੇ। ਮੇਰਾ ਦਰਸ਼ਨ ਗੀਤਾ ਦੀਆਂ ਸਿੱਖਿਆਵਾਂ ਦੇ ਸਹੀ ਅਰਥ ਦਾ ਪ੍ਰਤੀਨਿਧੀ ਵਰਣਨ ਹੈ। ਗੀਤਾ ਜੋ ਆਖਦੀ ਹੈ ਕਿ ਸ਼ੂਦਰ ਔਰਤ ਵਿੱਚ ਵੈਸ਼ ਪਾਪ ਦੀ ਜੂਨੀ ਹਨ। ਮੈਂ ਅਜਿਹੇ ਸਾਰੇ ਲੋਕਾਂ ਦਾ ਵਿਰੋਧੀ ਹਾਂ ਜੋ ਜਾਤ ਪਾਤ ਨਸ਼ਟ ਕਰਨਾ ਚਾਹੁੰਦੇ ਹਨ। ਮੇਰਾ ਮਤ ਹੈ ਕਿ ਜੇ ਹਿੰਦੂ ਸਮਾਜ ਸਥਿਰ ਰਹਿ ਸਕਿਆ ਹੈ ਤਾਂ ਇਸ ਲਈ ਇਹ ਜਾਤ ਪਾਤ ਉਤੇ ਆਧਾਰਿਤ ਹੈ। ਜਾਤ ਪਾਤ ਵਿੱਚ ਸਵਰਾਜ ਦੇ ਬੀਜ ਵਿਦਮਾਨ ਹਨ, ਭਾਵ ਹਿੰਦੂ ਸਵਰਾਜ ਦੇ। ਜਾਤ ਪਾਤ ਦੇ ਪਾਸ ਆਰੰਭਿਕ ਸਿੱਖਿਆ ਫੈਲਾਉਣ ਦੇ ਸਾਧਨ ਮੌਜੂਦ ਹਨ। ਹਰ ਜਾਤੀ ਆਪਣੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਸਕਦੀ ਹੈ। ਜਾਤ ਪਾਤ ਸਮਾਜ ਦੀ ਸੁਭਾਵਿਕ ਵਿਵਸਥਾ ਹੈ। ਭਾਰਤ ਵਿੱਚ ਇਸ ਨੂੰ ਧਾਰਮਿਕ ਰੰਗਤ ਦਿੱਤੀ ਗਈ ਹੈ। ਸਰਵੋਤਮ ਉਪਾਅ ਇਹ ਹੈ ਕਿ ਸਾਰੀਆਂ ਛੋਟੀਆਂ ਜਾਤਾਂ ਆਪਸ ਵਿੱਚ ਮਿਲ ਕੇ ਵੱਡੀਆਂ ਜਾਤਾਂ ਬਣ ਜਾਣ। ਕੁੱਲ ਮਿਲਾ ਕੇ ਕੇਵਲ 4 ਜਾਤੀਆਂ ਰਹਿ ਜਾਣ ਤਾਂ ਕਿ ਅਸੀਂ ਪੁਰਾਣੀ ਵਰਗ ਵਿਵਸਥਾ ਨੂੰ ਫਿਰ ਤੋਂ ਜੀਵਤ ਕਰ ਸਕੀਏ। ਵਰਗ ਵਿਵਸਥਾ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਸ਼ੂਦਰ ਨੂੰ ਪੜ੍ਹਨ ਜਾਂ ਸ਼ਾਸਤਰ ਵਿਦਿਆ ਸਿੱਖਣ ਤੋਂ ਰੋਕਦਾ ਹੈ। ਇਸ ਵਿੱਚ ਕੇਵਲ ਪਾਬੰਦੀ ਹੈ ਕਿ ਸ਼ੂਦਰ ਵਿਦਿਆ ਸਿੱਖ ਕੇ ਉਸ ਨਾਲ ਆਪਣੀ ਰੋਟੀ ਨਹੀਂ ਕਮਾਏਗਾ। ਉਹ ਪੜ੍ਹ ਲਿਖ ਕੇ ਵੀ ਕੰਮ ਸੇਵਾ ਦਾ ਹੀ ਕਰੇਗਾ। ਭਾਵ ਗੁਲਾਮ ਦਾ ਧਰਮ ਗੁਲਾਮੀ ਕਰਨਾ ਹੈ। ਵਰਗ ਵਿਵਸਥਾ ਪੇਸ਼ੇ ਨਾਲ ਸੰਬੰਧਿਤ ਹੈ। ਜਿੱਥੋਂ ਤੱਕ ਰੋਟੀ ਰੋਜ਼ੀ ਦਾ ਪ੍ਰਸ਼ਨ ਹੈ,
ਇਹ ਉਸ ਨੂੰ ਆਪਣੇ ਵਰਣ ਦੇ ਪੇਸ਼ੇ ਤੋਂ ਹੀ ਕਮਾਉਣੀ ਚਾਹੀਦੀ ਹੈ। ਇਸ ਦਾ ਅਰਥ ਇਹ ਹੈ ਕਿ ਉਸ ਨੂੰ ਆਪਣਾ ਪਰੰਪਰਾਗਤ ਪੇਸ਼ਾ ਹੀ ਅਪਣਾਉਣਾ ਚਾਹੀਦਾ ਹੈ। ਵਰਗ ਵਿਵਸਥਾ ਦਾ ਉਦੇਸ਼ ਹਰ ਤਰ੍ਹਾਂ ਦੇ ਮੁਕਾਬਲੇ, ਵਰਗ ਸੰਘਰਸ਼ ਅਤੇ ਵਰਗ ਯੁੱਧ ਨੂੰ ਰੋਕਣਾ ਹੈ। ਵਰਗ ਵਿਵਸਥਾ ਵਿੱਚ ਕਿਸੇ ਵੀ ਵਿਅਕਤੀ ਨੂੰ ਆਪਣਾ ਪੇਸ਼ ਚੁਣਨ ਦੀ ਛੋਟ ਨਹੀਂ। ਉਸ ਦਾ ਪੇਸ਼ਾ ਉਹੀ ਹੋਏਗਾ ਜੋ ਉਸ ਦੇ ਬਾਪ ਦਾਦਾ ਕਰਦੇ ਆਏ ਹਨ। ਕਿ ਇਸ ਲਈ ਮਹਾਤਮਾ ਗਾਂਧੀ ਜੋ ਬਾਣੀਆ ਸੀ, ਉਸ ਦਾ ਪਿਤਾ ਹਾਟੀ ਕਰਨ ਦੀ ਥਾਂ ਦੀਵਾਨਗਿਰੀ ਕਰਦਾ ਸੀ। ਗਾਂਧੀ ਦੀਵਾਨਗਿਰੀ ਦੀ ਥਾਂ ਬੈਰਿਸਟਰ ਬਣਿਆ, ਵਕਾਲਤ ਕੀਤੀ, ਰਾਜਨੀਤੀਵਾਨ ਬਣਿਆ ਤੇ ਫਿਰ ਮਹਾਤਮਾ ਬਣਿਆ। ਇਹ ਹੈ ਮਹਾਤਮਾ ਗਾਂਧੀ ਦੀ ਵਰਗ ਵਿਵਸਥਾ, ਜਿਸ ਤੇ ਹੁੰਦਿਆਂ ਗਾਂਧੀ ਦੇ ਲੜਕੇ ਨੇ ਕਿਸੇ ਹੋਰ ਜਾਤੀ ਦੀ ਲੜਕੀ ਨਾਲ ਸ਼ਾਦੀ ਕਰਵਾਈ। ਮੇਰਾ ਵਿਚਾਰ ਹੈ ਕਿ ਜੇ ਭਾਰਤ ਇਸ ਆਧੁਨਿਕ ਸਭਿਅਤਾ ਨੂੰ ਤਿਆਗ ਦੇਵੇ ਤਾਂ ਇਸ ਨਾਲ ਦੇਸ਼ ਦਾ ਭਲਾ ਹੀ ਹੋਵੇਗਾ। ਪੱਛਮੀ ਸਭਿਅਤਾ ਸ਼ੈਤਾਨ ਦੀ ਦੇਣ ਹੈ। ਜਦੋਂ ਮਜ਼ਦੂਰ ਨੂੰ ਆਪਣੀ ਸ਼ਕਤੀ ਦਾ ਅਨੁਭਵ ਹੋ ਜਾਂਦਾ ਹੈ, ਤਦ ਮੈਨੂੰ ਇਸ ਗੱਲ ਦਾ ਗਿਆਨ ਹੈ ਕਿ ਉਹ ਮਾਲਕ ਤੋਂ ਵੀ ਅਤਿਆਚਾਰੀ ਬਣ ਜਾਂਦਾ ਹੈ। ਜਦੋਂ ਮਜ਼ਦੂਰ ਆਪਣੀ ਪਸ਼ੂ ਬਿਰਤੀ ਵਾਲੀ ਤਾਕਤ ਦਾ ਸਹਾਰਾ ਲੈਂਦੇ ਹਨ, ਜਦੋਂ ਉਹ ਹਿੰਸਾ ਨੂੰ ਪ੍ਰਾਪਤ ਕਰਨ ਵਾਸਤੇ ਖੁਦ ਕਸ਼ਟ ਝੱਲਦੇ ਹਨ, ਤਾਂ ਨਾ ਕੇਵਲ ਇਸ ਨਾਲ ਉਹਨਾਂ ਨੂੰ ਸਫਲਤਾ ਮਿਲੇਗੀ, ਸਗੋਂ ਉਹਨਾਂ ਦੇ ਮਾਲਕਾਂ ਦਾ ਵੀ ਸੁਧਾਰ ਹੋਵੇਗਾ, ਉਦਯੋਗ ਦਾ ਵਿਕਾਸ ਹੋਵੇਗਾ। ਮਜ਼ਦੂਰ ਅਤੇ ਮਾਲਕ ਇੱਕ ਹੀ ਪਰਿਵਾਰ ਦੇ ਮੈਂਬਰ ਬਣ ਜਾਣਗੇ। ਭਾਰਤ ਦਾ ਇਤਿਹਾਸ ਗਵਾਹ ਹੈ ਕਿ ਇੱਥੋਂ ਮਜ਼ਦੂਰ ਅਤੇ ਮਾਲਕ ਦੇ ਸਬੰਧ ਕਦੇ ਵੀ ਤਣਾਅਪੂਰਨ ਨਹੀਂ ਰਹੇ। ਕਿਸਾਨਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਉਹ ਇਮਾਨਦਾਰੀ ਨਾਲ ਉਹਨਾਂ ਸਮਝੌਤਿਆਂ ਦਾ ਪਾਲਣ ਕਰਨ ਜੋ ਉਹਨਾਂ ਅਤੇ ਜ਼ਿਮੀਂਦਾਰਾਂ ਦੇ ਵਿਚਕਾਰ ਹੋਏ ਹਨ। ਜਿੱਥੇ ਕੋਈ ਸਮਝੌਤਾ ਬੁਰਾ ਵੀ ਹੋਵੇ, ਉੱਥੇ ਵੀ ਨਾ ਤਾਂ ਉਸ ਨੂੰ ਜ਼ੋਰਾ ਜ਼ਬਰੀ ਨਾਲ ਸਮਾਪਤ ਕਰਨਾ ਚਾਹੀਦਾ ਹੈ ਅਤੇ ਨਾ ਜ਼ਿਮੀਂਦਾਰ ਦੇ ਧਿਆਨ ਵਿੱਚ ਲਿਆਂਦੇ ਬਿਨਾਂ ਆਪਣੇ ਆਪ ਹੀ ਬਦਲਣਾ ਚਾਹੀਦਾ ਹੈ। ਸਾਨੂੰ ਸੰਸਾਰ ਦੇ ਲੋਭ ਦਾ ਘੱਟ ਅਤੇ ਪਰਲੋਕ ਦੇ ਲੋਭ ਦਾ ਵਧੇਰੇ ਧਿਆਨ ਕਰਨਾ ਚਾਹੀਦਾ ਹੈ। ਬ੍ਰਹਮਚਾਰੀ ਪ੍ਰਯੋਗ ਬਾਰੇ ਜਦੋਂ ਮਹਾਤਮਾ ਤੇ ਉਂਗਲਾਂ ਉੱਠਣ ਲੱਗੀਆਂ ਤਾਂ ਗਾਂਧੀ ਨੇ ਕਿਹਾ, ਚਾਹੇ ਸਾਰਾ ਹੀ ਸੰਸਾਰ ਮੈਨੂੰ ਤਿਆਗ ਦੇਵੇ, ਪਰੰਤੂ ਮੈਂ ਉਸ ਕੰਮ ਨੂੰ ਨਹੀਂ ਛੱਡ ਸਕਦਾ ਜੋ ਮੇਰੇ ਲਈ ਸੱਤ ਹੈ। ਹੋ ਸਕਦਾ ਹੈ ਇਹ ਭਰਮ ਜਾਂ ਫੰਦਾ ਹੋਵੇ। ਜੇ ਅਜਿਹਾ ਵੀ ਹੋਵੇ ਤਾਂ ਵੀ ਮੈਂ ਇਹ ਸਾਧਨਾ ਖੁਦ ਹੀ ਕਰਾਂਗਾ। ਮਹਾਤਮਾ ਗਾਂਧੀ ਐਂਡ ਹਿਜ਼ ਅਮੀਰੀ ਅਮੀਰ ਨੂੰ ਸੁਖੀ ਨਹੀਂ ਬਣਾ ਸਕਦੀ, ਨਾ ਗਰੀਬੀ ਹੀ ਗਰੀਬਾਂ ਦੇ ਦੁੱਖ ਦਾ ਕਾਰਨ ਹੈ। ਕਰੋੜਾਂ ਨੇ ਤਾਂ ਗਰੀਬ ਹੀ ਰਹਿਣਾ ਹੈ, ਇਸ ਲਈ ਉਹਨਾਂ ਗਰੀਬਾਂ ਨੂੰ ਭੋਗ ਵਾਸਨਾ ਭਾਵ ਆਪਣੀਆਂ ਜ਼ਰੂਰੀ ਲੋੜਾਂ ਦਾ ਖਿਆਲ ਛੱਡ ਦੇਣਾ ਚਾਹੀਦਾ ਹੈ। ਤੁਸੀਂ ਗਰੀਬ ਲੋਕੋ ਜੀਵਨ ਦੇ ਸਾਧਨਾਂ ਦਾ ਲੋਭ ਮਤ ਕਰੋ, ਉਹਨਾਂ ਨੂੰ ਅਮੀਰਾਂ ਦੇ ਕੋਲ ਹੀ ਰਹਿਣ ਦਿਓ ਅਤੇ ਮਾਲਕਾਂ ਜਾਂ ਅਮੀਰਾਂ ਨਾਲ ਪ੍ਰੇਮ ਕਰਕੇ ਆਪਣਾ ਜੀਵਨ ਸਫਲ ਬਣਾਓ। ਅਮੀਰਾਂ ਵਾਂਗ ਜੀਵਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਸਾਧਨ ਪ੍ਰਾਪਤ ਕਰਨ ਦੀ ਚੇਸ਼ਟਾ ਕਰਨਾ ਵਿਅਰਥ ਹੈ ਅਤੇ ਇਹ ਹਿੰਸਾ ਦਾ ਮਾਰਗ ਹੈ। ਭਾਵ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਚੇਸ਼ਟਾ ਗਾਂਧੀ ਅਨੁਸਾਰ ਹਿੰਸਾ ਹੈ। ਜੋ ਸ਼ੂਦਰ ਉੱਚੀਆਂ ਜਾਤੀਆਂ ਦੀ ਸੇਵਾ ਆਪਣਾ ਧਰਮ ਮੰਨ ਕੇ ਕਰਦਾ ਹੈ, ਜੋ ਕਿਸੇ ਪ੍ਰਕਾਰ ਦੀ ਧਨ ਸੰਪਤੀ ਨੂੰ ਹੱਥ ਤੱਕ ਨਹੀਂ ਲਾਉਂਦਾ, ਜਿਸ ਦੇ ਮਨ ਵਿੱਚ ਧਨ ਦੌਲਤ ਪ੍ਰਾਪਤ ਕਰਨ ਦੀ ਇੱਛਾ ਤੱਕ ਨਹੀਂ ਹੈ, ਉਸ ਨੂੰ ਹਜ਼ਾਰਾਂ ਪ੍ਰਣਾਮ। ਉਸ ਤੇ ਤਾਂ ਦੇਵਤਾ ਵੀ ਫੁੱਲ ਬਰਸਾਉਣਗੇ। ਪਿਛਲੇ ਭਾਗਾਂ ਵਿੱਚ ਵੇਖਿਆ ਜਾ ਚੁੱਕਾ ਹੈ ਕਿ ਜਿਸ ਨੇ ਆਦੀਵਾਸੀਆਂ ਨੂੰ ਜਿੰਨਾ ਜ਼ਿਆਦਾ ਗੁਲਾਮ ਬਣਾ ਲਿਆ, ਉਤਨਾ ਹੀ ਵੱਡਾ ਰੁਤਬਾ ਉਸ ਨੂੰ ਮਿਲਿਆ। ਇਸੇ ਕਰਕੇ ਗਾਂਧੀ ਨੂੰ ਮਹਾਤਮਾ ਦੀ ਉਪਾਧੀ ਦਿੱਤੀ ਗਈ ਜਾਪਦੀ ਹੈ, ਕਿਉਂਕਿ ਉਹ ਗੁਲਾਮ ਨੂੰ ਗੁਲਾਮ ਰਹਿਣ ਦੀ ਨਸੀਹਤ ਕਰਦਾ ਹੈ ਤੇ ਗੁਲਾਮੀ ਸਹਿਣ ਕਰਨਾ ਉਸ ਦਾ ਧਰਮ ਹੈ। ਤਾਂ ਹੀ ਤਾਂ ਦੇਵਤੇ ਫੁੱਲ ਬਰਸਾਉਂਦੇ ਹਨ।
ਜਾਤ ਪਾਤ ਨੂੰ ਪੱਕਾ ਰੱਖਣ ਦਾ ਉਪਦੇਸ਼। ਜਦੋਂ ਮੈਂ ਚਾਹੁੰਦਾ ਹਾਂ ਕਿ ਆਸ਼ਰਮ ਦਾ ਭੰਗੀ ਠੀਕ ਤਰ੍ਹਾਂ ਕੰਮ ਕਰੇ ਤਾਂ ਮੈਨੂੰ ਇਹ ਕੰਮ ਖੁਦ ਕਰਕੇ ਉਸ ਨੂੰ ਦਿਖਾਉਣਾ ਚਾਹੀਦਾ ਹੈ। ਉਸ ਦੇ ਸਾਹਮਣੇ ਉਦਾਹਰਨ ਪੇਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਭੰਗੀਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਹਿੰਦੂ ਸਮਾਜ ਨੂੰ ਸਾਫ਼ ਕਰ ਰਹੇ ਹੋ, ਉਸ ਦੀ ਗੰਦਗੀ ਦੂਰ ਕਰ ਰਹੇ ਹੋ। ਸਮਾਜ ਦੀ ਗੰਦਗੀ ਦੂਰ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਚੂੜਾ, ਤੇ ਉਸ ਨਾਲ ਭਿੱਟ ਕੀਤੀ ਜਾਂਦੀ ਹੈ, ਨਫ਼ਰਤ ਕੀਤੀ ਜਾਂਦੀ ਹੈ। ਮਦਰਾਸ ਕੌਂਸਲ ਵਿੱਚ ਰੰਗਾਇਰ ਨੇ ਛੂਆ-ਛਾਤ ਖਾਤਮਾ ਬਿੱਲ ਪੇਸ਼ ਕੀਤਾ। ਗਾਂਧੀ ਨੇ ਆਪਣੇ ਪੁੱਤਰ ਦੇਵਦਾਸ ਦੇ ਸਹੁਰੇ ਰਾਜ ਗੋਪਾਲਾਚਾਰੀ ਨਾਲ ਗੰਢ ਸੰਢ ਕਰਕੇ ਇਸ ਬਿੱਲ ਨੂੰ ਰੱਦ ਕਰਵਾ ਦਿੱਤਾ। ਹਿੰਦੂ ਧਰਮ ਵਿੱਚ ਜੋ ਕੁਝ ਹੈ ਮੰਗਲਕਾਰੀ ਅਤੇ ਆਵਸ਼ਕ ਹੈ। ਡਾਕਟਰ ਰਾਧਾ ਕ੍ਰਿਸ਼ਨ ਨੇ ਕਿਹਾ, ਗਾਂਧੀ ਜੀ ਇਸ ਲੋਕ ਦੇ ਦੇਵਤਾ ਹਨ, ਕਿਉਂਕਿ ਗਾਂਧੀ ਜੀ ਪਾਸ ਉਹੀ ਗੁਣ ਤੇ ਕਰਮ ਹਨ ਜੋ ਦੇਵਤਿਆਂ ਵਿੱਚ ਹਨ। ਦੇਵਤਿਆਂ ਦਾ ਕਿਰਦਾਰ ਹਿੰਦੂ ਧਾਰਮਿਕ ਗ੍ਰੰਥਾਂ ਅਤੇ ਬਾਣੀ ਵਿੱਚ ਦਰਜ ਹੈ। ਜਾਤੀ ਪ੍ਰਥਾ ਨੂੰ ਨਸ਼ਟ ਕਰਨ ਦਾ ਅਰਥ ਹੈ ਪਿਤਾ ਪੁਰਖੀ ਪੇਸ਼ੇ ਨਸ਼ਟ ਕਰਨਾ, ਜੋ ਕਿ ਜਾਤੀ ਪ੍ਰਥਾ ਦੀ ਆਤਮਾ ਹੈ। ਇਸ ਤਰ੍ਹਾਂ ਜਦੋਂ ਆਏ ਦਿਨ ਬ੍ਰਾਹਮਣ ਸ਼ੂਦਰ ਅਤੇ ਸ਼ੂਦਰ ਬ੍ਰਾਹਮਣ ਬਣ ਲੱਗਣਗੇ ਤਾਂ ਸਮਾਜ ਦਾ ਕੰਮ ਹੀ ਠੱਪ ਹੋ ਜਾਵੇਗਾ। ਸਮਾਜ ਦਾ ਕਾਰੋਬਾਰ ਤਾਂ ਨਹੀਂ ਰੁਕਦਾ, ਨਾ ਹੁਣ ਰੁਕਿਆ ਹੈ। ਜਦੋਂ ਹਰ ਵਿਅਕਤੀ ਕਿਤੇ ਬਦਲ ਰਿਹਾ ਹੈ, ਪਰੰਤੂ ਗਾਂਧੀ ਜੀ ਦਾ ਡਰ ਹੈ ਕਿ ਬ੍ਰਾਹਮਣੀ ਪ੍ਰਬੰਧ ਹੀ ਠੱਪ ਹੋ ਜਾਵੇਗਾ। ਜਾਤੀ ਪ੍ਰਥਾ ਇੱਕ ਕੁਦਰਤੀ ਵਿਧਾਨ ਹੈ, ਕੁਦਰਤ ਦਾ ਕਾਨੂੰਨ। ਭਾਰਤ ਨੇ ਇਸ ਪ੍ਰਾਕ੍ਰਿਤਿਕ ਵਿਧਾਨ ਦਾ ਮਹੱਤਵ ਸਮਝਦੇ ਹੋਏ ਇਸ ਨੂੰ ਧਾਰਮਿਕ ਰੰਗ ਦੇ ਕੇ ਸਥਾਈ ਰੂਪ ਦੇ ਦਿੱਤਾ ਹੈ, ਜਦੋਂ ਕਿ ਹੋਰ ਦੇਸ਼ਾਂ ਨੇ ਅਜਿਹਾ ਨਹੀਂ ਕੀਤਾ। ਭਾਰਤ ਦੇ ਸਾਹਮਣੇ ਨਵ ਜੀਵਨ 1921 ਦੋ ਰਸਤੇ ਖੁੱਲੇ ਹਨ। ਇੱਕ ਰਸਤਾ ਜਿਸ ਦੀ ਲਾਠੀ ਉਸ ਦੀ ਭੈਂਸ ਵਾਲਾ ਪੱਛਮੀ ਸਭਿਅਤਾ ਦਾ, ਦੂਸਰਾ ਰਸਤਾ ਹੈ ਸਤਿਆਮੇਵ ਜਯਤੇ ਦੇ ਸਿਧਾਂਤ ਵਾਲਾ, ਜੋ ਆਪਣੀ ਪੂਰਬੀ ਸਭਿਅਤਾ ਵਾਲਾ ਹੈ, ਜਿਸ ਵਿੱਚ ਸ਼ਕਤੀਸ਼ਾਲੀ ਅਤੇ ਕਮਜ਼ੋਰ ਦੋਹਾਂ ਨੂੰ ਨਿਆਂ ਪ੍ਰਾਪਤ ਕਰਨ ਦਾ ਅਧਿਕਾਰ ਹੈ ਕਿ ਸ਼ਕਤੀਸ਼ਾਲੀ ਲਾਠੀ ਵਾਲੇ ਨੂੰ ਤੇ ਕਮਜ਼ੋਰ ਭੈਂਸ ਵਾਲੇ ਨੂੰ ਨਹੀਂ ਕਿਹਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।